ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਵੀਰ ਸਿੰਘ ਜੀ ਰਾਜੋਵਾਲ ਸਾਹਿਬ, ਤੁਹਾਡੀ ਸਪੀਚ ਜੋ ਤੁਸੀਂ 7/12/2020 ਪਿਛਲੇ ਦਿਨੀ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੇ ਸੰਯੁਕਤ ਜੋ ਸਟੇਜ ਲਾਈ ਗਈ ਹੈ, ਉੱਥੋਂ ਤੁਸੀਂ ਆਪ ਜੀ ਨੇ ਬਿਆਨਬਾਜ਼ੀ ਕੀਤੀ ਹੈ। ਤਾਂ ਮੈਂ ਉਹਦੇ ਵਿੱਚ ਤੁਹਾਡੀ ਜੋ ਬੋਲਣ ਸ਼ੈਲੀ ਆ ਉਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਤੁਹਾਡੇ ਉੱਤੇ ਜੋ ਕਾਮਰੇਡੀ ਪ੍ਰਭਾਵ ਆ ਤੁਹਾਡੀ ਸ਼ੈਲੀ ਦੇ ਉੱਤੇ ਉਹ ਮਹਿਸੂਸ ਹੋਇਆ। ਤੁਹਾਡੀ ਸ਼ੈਲੀ, ਬੋਲਣ ਸ਼ੈਲੀ ਦੇ ਵਿੱਚ ਈਰਖਾ, ਵਕੀਲੀ ਔਰ ਤਲਖੀ ਵਾਲੀ ਗੱਲ ਲੱਗੀ, ਜਿਹੜੀ ਕਿ ਇੱਕ ਚੰਗੇ ਮੰਝੇ ਹੋਏ ਲੀਡਰ ਨੂੰ ਨਹੀਂ ਸੋਭਦੀ। ਔਰ ਉਸ ਸਮੇਂ, ਜਿਸ ਸਮੇਂ ਆਪਾਂ ਇੱਕ ਆਪਣੀ ਕਿਸਾਨੀ ਨੂੰ ਜਿੰਦਾ ਕਰਨ ਲਈ, ਬਚਾਉਣ ਲਈ ਐਡਾ ਵੱਡਾ ਆਪਾਂ ਸੰਘਰਸ਼ ਆ ਜਿਹੜਾ ਪੰਜਾਬ ਦੇ ਬਹਾਦਰ ਪੰਜਾਬੀਆਂ ਨੇ ਜਿਹੜਾ ਉਹ ਸੰਘਰਸ਼ ਆਰੰਭਿਆ, ਉਹ ਜਿਹੜਾ ਉਹ ਸਿਖਰ 'ਤੇ ਪਹੁੰਚਿਆ ਹੋਇਆ, ਤਾਂ ਉਸ ਸਮੇਂ ਇਸ ਤਰ੍ਹਾਂ ਦੀ ਤਲਖ ਬਿਆਨਬਾਜ਼ੀ ਜਾਂ ਜਿਹੜੀ ਉਹ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦੀ ਆ। ਆਪ ਜੀ ਨੇ ਜੋ ਗੱਲਾਂ ਕੀਤੀਆਂ ਕਿ ਧਾਰਮਿਕ ਰੰਗਤ ਦੇਣ ਦੀ ਗੱਲ ਤੁਸੀਂ ਕੀਤੀ ਆ, ਕਿ ਸਰਕਾਰਾਂ ਇਸ ਤਰ੍ਹਾਂ ਚਾਹੁੰਦੀਆਂ, ਹੋਸ਼ ਤੇ ਜੋਸ਼ ਦੀ ਗੱਲ ਕੀਤੀ ਆ। ਮੈਂ ਕੁਛ ਕੁ ਗੱਲਾਂ ਜਿਹੜੀਆਂ ਉਹਦੇ ਤੁਹਾਨੂੰ ਜ਼ਰੂਰ, ਮੈਂ ਸਾਰੀਆਂ ਗੱਲਾਂ ਤਾਂ ਨਹੀਂ ਤੁਹਾਨੂੰ ਕਹਿ ਸਕਦਾ, ਕਹੂੰਗਾ, ਪਰ ਕੁਛ ਕੁ ਗੱਲਾਂ ਦੇ ਜਵਾਬ ਮੈਂ ਦੇਣੇ ਜ਼ਰੂਰੀ ਸਮਝਦਾ, ਜਿਹੜੀਆਂ ਜੋ ਅੱਜ ਦੇ ਸੰਘਰਸ਼ ਦੇ ਵਿੱਚ ਇੱਕ ਚੰਗੇ ਸੰਘਰਸ਼ ਨੂੰ ਚਲਾਉਣ ਵਾਲੇ ਆਗੂ ਨੂੰ ਨਹੀਂ ਸੋਭਦੀਆਂ। ਜਿਹਦੇ ਵਿੱਚ ਆਪ ਜੀ ਨੇ ਇੱਕ ਤਾਂ ਗੱਲ ਕੀਤੀ ਆ ਕਿ ਇਸ ਸੰਘਰਸ਼ ਨੂੰ ਸਰਕਾਰ ਧਾਰਮਿਕ ਰੰਗਤ ਦੇਣਾ ਚਾਹੁੰਦੀ ਹੈ, ਤੇ ਉਹਦੇ ਵਿੱਚ ਇਤਰਾਜ਼ ਵਾਲੀ ਗੱਲ ਕਿਹੜੀ ਆ ਰਾਜੇਵਾਲ ਸਾਹਿਬ? ਕਿਉਂ ਅਸੀਂ ਧਰਮ ਨੂੰ ਪਿੱਛੇ ਰੱਖ ਕੇ ਗੱਲ ਕਰਨੀ ਚਾਹੁੰਦੇ ਹਾਂ? ਕਿਉਂਕਿ ਧਰਮ ਹੀ ਅਗਰ ਧਰਮ ਆ ਤਾਂ ਅਸੀਂ ਸਹੀ ਲੜਾਈ ਲੜ ਸਕਦੇ ਹਾਂ। ਜੇ ਧਰਮੀ ਰਾਜਾ ਹੋਊਗਾ ਤੇ ਚੰਗਾ ਇਨਸਾਫ ਕਰੂਗਾ, ਜੇ ਧਰਮੀ ਸੰਘਰਸ਼ੀਲ ਆਗੂ ਹੋਊਗਾ ਤਾਂ ਉਹ ਚੰਗੀ ਸੇਧ ਦੇ ਸਕਦਾ, ਸੰਘਰਸ਼ ਨੂੰ ਸੁਚੱਜੇ ਢੰਗ ਨਾਲ ਚੰਗੀ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦਾ। ਜੇ ਅਸੀਂ ਧਾਰਮਿਕ ਬਿਰਤੀ ਵਾਲੇ ਹੋਵਾਂਗੇ, ਤੇ ਤੁਸੀਂ ਚੰਗੇ ਪੜ੍ਹੇ ਲਿਖੇ ਹੋ, ਇੰਨਾ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੀਆਂ ਉਮਰਾਂ ਲੰਘ ਗਈਆਂ, ਸਾਡਾ ਇੰਨਾ ਵੱਡਾ ਤਜਰਬਾ, ਔਰ ਫਿਰ ਉਹ ਸ਼ਖਸ ਇਸ ਤਰ੍ਹਾਂ ਦੀ ਗੱਲ ਕਰੇ ਕਿ ਸਰਕਾਰ ਇਸ ਤਰ੍ਹਾਂ ਚਾਹੁੰਦੀ ਆ। ਕਿਹੜੀ ਸਰਕਾਰ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ? ਉਹ ਲੋਕਾਂ ਨੂੰ ਜਿਹੜੇ ਲੋਕਾਂ ਨੇ ਖੁਦ, ਜਿਨ੍ਹਾਂ ਦੀ ਰਾਜਨੀਤੀ ਦੀ ਬੁਨਿਆਦ ਆ ਜਿਹੜੀ ਉਹ ਗੰਦੀ ਔਰ ਫਿਰਕੂ, ਜਾਤ ਪਾਤ ਆਧਾਰਿਤ ਫਿਰਕੂ ਨਫ਼ਰਤ ਫੈਲਾਉਣ ਵਾਲੀ ਔਰ ਧਰਮ ਦੇ ਨਾਂ 'ਤੇ ਵੰਡੀਆਂ ਪਾਉਣ ਵਾਲੀ, ਔਰ ਉਹ ਲੋਕ ਨੇ ਜਿਹੜੇ ਲੋਕਾਂ ਨੇ ਇੱਕ ਫਿਰਕੇ ਦੀ ਮਸਜਿਦ ਕਰਾ ਕੇ ਉੱਥੇ ਮੰਦਰ ਬਣਾਇਆ, ਔਰ ਮੰਦਰ ਬਣਾਉਣ ਦੇ ਕਾਰਨ ਉਸ ਪਾਰਟੀ ਦੀ ਸਰਕਾਰ ਬਣੀ। ਔਰ ਉਹਨੇ ਉਸ PM ਨੇ, ਮੋਦੀ ਜੀ, ਮੈਂ ਮੋਦੀ ਦਾ ਜ਼ਿਕਰ ਕਰ ਰਿਹਾ ਕਿ ਮੋਦੀ ਨੇ ਜਿਹੜਾ ਪ੍ਰੋਟੋਕਾਲ ਨੂੰ ਲਾਂਭੇ ਕਰਕੇ ਖੁਦ ਉਸ ਮੰਦਰ ਦਾ ਨੀਂਹ ਪੱਥਰ ਰੱਖਿਆ। ਮੈਂ ਉਸ ਪੱਖ ਨੂੰ ਜਾਣਾ ਨਹੀਂ ਚਾਹੁੰਦਾ, ਮੈਂ ਸਿਰਫ ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਕਿ ਕਿਹੜੇ ਲੋਕਾਂ ਲਈ ਤੁਸੀਂ ਗੱਲ ਕਰਦੇ ਹੋ। ਔਰ ਦੂਸਰੀ ਗੱਲ, ਅਸੀਂ ਪੰਜਾਬੀਆਂ ਦੇ ਵਿੱਚੋਂ ਜਿਹੜਾ ਧਰਮ ਵਾਲਾ ਪੱਖ ਆ ਉਹ ਕਿਵੇਂ ਅਲੱਗ ਕਰ ਦਿਆਂਗੇ? ਪੰਜਾਬ ਇੱਕ ਉਹ ਸੂਬਾ, ਜਿਸ ਸੂਬੇ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰਦੀ ਆ ਉਹ ਸਿਰਫ ਇੱਕ ਧਰਮ ਦੀ ਸ਼ਕਤੀ ਕੰਮ ਕਰਦੀ, ਉਹ ਤਾਂ ਇਹਨੂੰ ਦੂਸਰੇ ਸੂਬਿਆਂ ਦੇ ਨਾਲੋਂ ਇਸ ਸੂਬੇ ਦੀ ਤਸਵੀਰ ਨੂੰ ਅਲੱਗ ਕਰਦੀ ਆ। ਪੰਜਾਬੀਆਂ ਦੀ ਤਸਵੀਰ ਦੂਸਰੇ ਸਟੇਟਾਂ ਦੀਆਂ ਨਾਲ ਨਹੀਂ ਮਿਲਦੀ। ਇੱਥੋਂ ਦੀ ਰਾਜਨੀਤੀ ਦੂਸਰੀਆਂ ਸਟੇਟਾਂ ਦੀਆਂ ਰਾਜਨੀਤੀ ਦੇ ਨਾਲ ਨਹੀਂ ਮਿਲਦੀ। ਉਹ ਇਸੇ ਕਰਕੇ ਅਲੱਗ ਆ ਕਿਉਂਕਿ ਸਾਡੇ ਖੂਨ ਦੇ ਵਿੱਚ ਧਰਮ ਆ, ਸਾਡੇ ਖੂਨ ਦੇ ਵਿੱਚ ਉਹ ਗੁਰੂ ਸਾਹਿਬਾਨ ਦਾ, ਇਹ ਧਰਤੀ ਦੇ ਉੱਤੇ ਪੈਦਾ ਹੋਏ ਜੋ
ਪੀਰ ਪੈਗੰਬਰ ਔਲੀਏ ਔਰ ਯੋਧੇ ਜਰਨੈਲ ਇਸ ਧਰਤੀ ਨੇ ਜਿਹੜੇ ਜੰਮੇ ਆ, ਔਰ ਉਹਨਾਂ ਦਾ ਜਿਹੜੀ ਤਸੀਰ ਆ ਉਹਨਾਂ ਦੀ, ਉਹ ਪੰਜਾਬੀਆਂ ਦੇ ਖੂਨ ਦੇ ਵਿੱਚ ਆ। ਔਰ ਇਹ ਪੰਜਾਬੀ ਕਿਵੇਂ ਆਪਾਂ ਇਸ ਪੰਜਾਬੀਆਂ ਨੂੰ ਇਹ ਗੱਲ ਕਵਾਂਗੇ ਵੀ ਅਸੀਂ ਸਰਕਾਰ ਇਹਨਾਂ ਨੂੰ ਧਾਰਮਿਕ ਰੰਗਤ ਦੇਣਾ ਚਾਹੁੰਦੀ ਆ? ਧਰਮ ਦੇ ਵਿੱਚ ਤੁਸੀਂ ਡਿਫਾਈਨ ਕਰ ਸਕਦੇ ਹੋ ਕਿ ਕੀ ਮਾੜਾ, ਕੀ ਧਾਰਮਿਕ ਹੋਣਾ ਮਾੜੀ ਗੱਲ ਆ? ਮੈਨੂੰ ਇਹ ਗੱਲਾਂ ਤੁਹਾਡੀਆਂ ਨੇ ਬਹੁਤ ਹੈਰਾਨ ਕੀਤਾ ਔਰ ਮੈਨੂੰ ਠੇਸ ਵੀ ਪਹੁੰਚਾਈ ਆ, ਜਿਸ ਕਰਕੇ ਮੈਨੂੰ ਤੁਹਾਡੇ ਇਸ ਬਿਆਨ ਦੇ ਉੱਤੇ ਬੋਲਣਾ ਪਿਆ। ਰਹੀ ਜੋਸ਼ ਤੇ ਹੋਸ਼ ਦੀ ਗੱਲ, ਅੱਜ ਅਗਰ ਜੋਸ਼ ਦੇ ਨਾਲ ਹੋਸ਼ ਆ ਨੌਜਵਾਨਾਂ ਦੇ ਵਿੱਚ, ਤੇ ਤੁਹਾਡਾ ਸੰਘਰਸ਼ ਆ ਜਿਹੜਾ ਉਹ ਪਹਿਲਾਂ ਪੰਜਾਬ ਦੇ ਵਿੱਚ ਜੋ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ, 12 ਦਿਨ ਹੋ ਗਏ ਉੱਥੇ ਦਿੱਲੀ ਦੇ ਵਿੱਚ, ਦਿੱਲੀ ਘੇਰ ਕੇ ਬੈਠਿਆਂ ਨੂੰ, ਪਰ ਇੱਕ ਵੀ ਮਾੜਾ ਇਨਸੀਡੈਂਟ ਤੁਸੀਂ ਦੱਸ ਦਿਓ ਨੌਜਵਾਨਾਂ ਵੱਲੋਂ ਕੋਈ ਵਾਪਰਿਆ ਹੋਵੇ। ਜੇ ਹਜੇ ਵੀ ਤੁਸੀਂ ਇਹ ਗੱਲ ਸਮਝਦੇ ਹੋ ਕਿ ਨੌਜਵਾਨਾਂ ਦੇ ਵਿੱਚ ਹੋਸ਼ ਨਹੀਂ, ਤੇ ਪਤਾ ਨਹੀਂ ਫਿਰ ਕਿਹੜੇ ਸੰਘਰਸ਼ ਦੇ ਵਿੱਚੋਂ ਕਿਹੜਾ ਕੁਝ ਲੱਭਣਾ ਚਾਹੁੰਦੇ ਹੋ, ਹੋਰ ਕੁਝ। ਮੈਨੂੰ ਤਾਂ ਇਹਦੇ ਵਿੱਚ ਤੁਹਾਡਾ ਡਰ ਲੱਗ ਰਿਹਾ ਕਿ ਤੁਸੀਂ ਜੋ ਕੁਝ ਸੋਚਿਆ ਵੀ ਨਹੀਂ ਸੀ, ਉਹ ਨੌਜਵਾਨਾਂ ਨੇ ਕਰ ਦਿੱਤਾ। ਹੁਣ ਤੁਸੀਂ ਆਪਣੇ ਆਪ ਨੂੰ ਬੌਣੇ ਮਹਿਸੂਸ ਕਰ ਰਹੇ ਹੋ, ਔਰ ਤੁਹਾਡੀ ਜ਼ੁਬਾਨ ਦੇ ਉੱਤੋਂ ਇਹ ਗੱਲਾਂ ਨਿਕਲ ਰਹੀਆਂ ਨੇ, ਕਿਉਂਕਿ ਉਹ ਜਿਹੜੇ ਨੌਜਵਾਨਾਂ ਨੂੰ ਤੁਸੀਂ ਇਹ ਦੱਸਦੇ ਹੋ ਇਹ ਖਾਲਿਸਤਾਨੀ ਆ, ਇਹ ਜੋਸ਼ ਵਾਲੇ ਆ, ਹੋਸ਼ ਨਹੀਂ ਹੈਗਾ ਇਹਨਾਂ ਕੋਲ, ਉਹਨਾਂ ਨੇ ਕੰਮ ਹੀ ਐਡਾ ਵੱਡਾ ਕਰਤਾ, ਉਹ ਤੁਹਾਨੂੰ ਉਸ ਜਗ੍ਹਾ 'ਤੇ ਮਜਬੂਰ ਕਰਤਾ ਬੈਠਣ ਵਾਸਤੇ ਦਿੱਲੀ ਦੇ ਉੱਤੇ, ਕਿਉਂਕਿ ਤੁਸੀਂ ਲੋਕ ਨਹੀਂ ਸੀ ਚਾਹੁੰਦੇ ਉੱਥੇ ਪਹੁੰਚਣਾ। ਤੁਹਾਡਾ ਮਕਸਦ ਸੀ ਸਿਰਫ ਅਖਬਾਰਾਂ ਤੱਕ ਰਹਿਣਾ, ਕਿ ਅਸੀਂ ਜੋ ਕੁਝ ਪਿਛਲੇ ਸਮਿਆਂ 'ਚ ਹੁੰਦਾ। ਲੱਖੋਵਾਲ ਸਾਹਿਬ ਤੁਹਾਡੇ ਸਾਥੀ, ਉਹਨਾਂ ਨੇ ਪਿਛਲੇ ਸਮੇਂ, ਮੈਂ ਜ਼ਿਆਦਾ ਵਿਖਿਆਨ ਨਹੀਂ ਸੀ ਕਰਨਾ ਚਾਹੁੰਦਾ ਪਰ ਮਜਬੂਰ ਕੀਤਾ ਤੁਸੀਂ, ਉਹ ਬਾਦਲ ਦੇ ਨਾਲ ਯਾਰੀ ਪਾਈ, 10 ਸਾਲ ਆਨੰਦ ਲਿਆ ਤੁਸੀਂ ਸਾਰਿਆਂ ਨੇ। ਲੱਖੋਵਾਲ ਚੇਅਰਮੈਨ ਬਣ ਕੇ ਉਹ ਰਿਹਾ, ਲਾਲ ਬੱਤੀ ਵਾਲੀ ਗੱਡੀ ਲੈ ਕੇ। ਜਿਹੜਾ ਆਗੂ ਸਰਕਾਰਾਂ ਦੀਆਂ ਕੋਠੀਆਂ ਦੇ ਵਿੱਚ ਰਹੂਗਾ, ਜਿਹੜਾ ਆਗੂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਰਹੂਗਾ, ਉਹ ਕੀ ਆਪਣੇ ਜਿਹੜੇ ਯੂਨੀਅਨਾਂ ਦਾ ਆਗੂ ਆ ਉਹ ਆਪਣੇ ਪਿਛਲਿਆਂ ਦਾ ਕੀ ਸਵਾਰੂਗਾ? ਕਿਉਂਕਿ ਮੰਗਾਂ ਤਾਂ ਆਪਾਂ ਸਰਕਾਰ ਤੋਂ ਲੈਣੀਆਂ ਨਾ। ਜੇ ਗੱਲ ਕਰਨੀ ਆ ਆਪਾਂ ਸਰਕਾਰ ਦੇ ਨਾਲ ਕਰਨੀ ਆ, ਜੇ ਰੋਸ ਕਰਨਾ ਤੇ ਸਰਕਾਰ ਦੇ ਨਾਲ ਰੋਸ ਕਰਨਾ, ਤੇ ਆਪਾਂ ਕਿਵੇਂ ਰੋਸ ਦੀ ਆਸ ਕਰ ਸਕਦੇ ਹਾਂ ਜੇ ਆਪਾਂ ਉਹ ਸਰਕਾਰਾਂ ਦੇ ਨਾਲ ਸਾਂਝਾਂ ਪਾ ਕੇ ਆਪਾਂ ਚੱਲਣਾ? ਆਪਾਂ ਨੌਜਵਾਨਾਂ ਨੂੰ ਉਪਦੇਸ਼ ਦੇ ਰਹੇ ਹਾਂ। ਤੁਹਾਡੀਆਂ ਜਿਹੜੀਆਂ ਯੂਨੀਅਨਾਂ ਨੇ, ਕਿਸਾਨ ਯੂਨੀਅਨਾਂ, ਉਹਨਾਂ ਦੇ ਆਗੂਆਂ ਦੇ ਬਿਆਨ ਆ ਕਿ ਸਾਡੇ ਆਕਿਆਂ ਦੇ ਇਹ ਬਿਆਨ ਸੀ, ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿੱਥੇ ਤੁਹਾਨੂੰ ਪੁਲਿਸ ਰੋਕੇ ਉੱਥੇ ਤੁਸੀਂ ਬੈਠ ਜਾਣਾ ਧਰਨਾ ਲਾ ਕੇ। ਪਰ ਤੁਹਾਨੂੰ ਇਹ ਪਤਾ ਨਹੀਂ ਸੀ ਵੀ ਨੌਜਵਾਨਾਂ ਦੇ ਵਿੱਚ ਉਹ ਸ਼ਕਤੀ ਵਰਤਣੀ ਆ, ਤੇ ਨੌਜਵਾਨਾਂ ਨੇ ਤੁਹਾਨੂੰ ਖਿੱਚ ਕੇ ਉੱਥੇ ਲੈ ਜਾਣਾ ਦਿੱਲੀ ਬਾਰਡਰ 'ਤੇ, ਵੀ ਆਹ ਬਾਪੂ ਜੀ ਤੁਹਾਨੂੰ ਅਸੀਂ ਬਿਠਾਤਾ ਦਿੱਲੀ 'ਚ, ਹੁਣ ਕਰੋ ਤੁਸੀਂ ਗੱਲ। ਉਹ ਹੁਣ ਤੁਸੀਂ ਮਜਬੂਰ ਹੋ ਗਏ ਗੱਲ ਕਰਨ ਵਾਸਤੇ, ਤੁਹਾਡੀ ਮਜਬੂਰੀ ਬਣ ਗਈ ਹੁਣ, ਕਿਉਂਕਿ ਤੁਸੀਂ ਨਹੀਂ ਸੀ ਉੱਥੇ ਪਹੁੰਚਣਾ ਚਾਹੁੰਦੇ, ਨਾ ਤੁਸੀਂ ਪਹੁੰਚ ਸਕਦੇ ਸੀ। ਅੱਜ ਤੁਸੀਂ ਉਲਾਮੇ ਨੌਜਵਾਨਾਂ ਨੂੰ ਦੇ ਰਹੇ ਹੋ ਕਿ ਸਾਡਾ ਧਿਆਨ ਆ ਜਿਹੜਾ ਉਹ ਉੱਧਰ ਜਿਹੜੇ ਸਰਕਾਰਾਂ ਨਾਲ ਗੱਲ ਕਰਨੀ ਆ, ਸਾਡਾ ਧਿਆਨ ਉੱਧਰ ਕੌਨਸਨਟਰੇਟ ਨਹੀਂ ਹੋ ਰਿਹਾ, ਕਿਉਂਕਿ ਸਾਨੂੰ ਇਹ ਨੌਜਵਾਨ ਆ ਜਿਹੜੇ ਉਹ ਸਾਡੇ ਲਈ ਪ੍ਰੋਬਲਮ ਖੜੀ ਕਰ ਰਿਹਾ। ਪਰ ਰਾਜੇਵਾਲ ਸਾਹਿਬ, ਨੌਜਵਾਨਾਂ ਨੇ ਤਾਂ ਤੁਹਾਨੂੰ ਇਹ ਗੱਲ ਬਾਰ-ਬਾਰ ਉਹ ਕਹਿ ਰਹੇ ਆ ਕਿ ਅਸੀਂ ਹੱਥ ਬੰਨ੍ਹ ਕੇ ਉਹ ਗੱਲਾਂ ਕਰ ਰਿਹਾ ਕਿ ਤੁਸੀਂ ਸਾਡੇ ਆਗੂ ਹੋ, ਪਰ ਫੈਸਲਾ ਕਰੋ ਜਾ ਕੇ ਢੰਗ ਸਿਰ, ਪੰਜਾਬ ਦੇ ਜਿਹੜੇ ਭਵਿੱਖ ਨੂੰ ਸਵਾਰੋ, ਕਿਸਾਨੀ ਦੇ ਭਵਿੱਖ ਨੂੰ ਸਵਾਰੋ। ਕਿਉਂਕਿ ਆਪਾਂ ਉਮਰਾਂ ਕੱਢਤੀਆਂ ਪ੍ਰਧਾਨਗੀਆਂ ਦੇ ਵਿੱਚ, ਆਪਾਂ ਲੈ ਕੇ ਨਹੀਂ ਅੱਜ ਤੱਕ ਦੇ ਪਾਏ ਆਪਾਂ ਆਪਣੀਆਂ ਕਿਸਾਨਾਂ ਨੂੰ ਕੁਛ। ਸੋ ਇਸ ਤਰ੍ਹਾਂ ਦੀ ਜਿਹੜੀ ਬਿਆਨੀ ਆ, ਆਪਾਂ ਨੌਜਵਾਨਾਂ ਨੂੰ ਅੱਜ ਦੋਸ਼ ਦੇ ਕੇ ਉਹ ਆਪਣੀ ਸਟੇਜ ਤੋਂ ਇੱਕ ਵੰਡ ਰਹੇ ਆ, ਔਰ ਇੱਕ ਤਬਕੇ ਨੂੰ ਆਪਾਂ ਉਕਸਾ ਰਹੇ ਆ
ਕਿ ਤੁਸੀਂ ਲੋਕ ਇਹਨਾਂ ਲੋਕਾਂ ਨੂੰ ਰੋਕੋ ਕਿ ਇਹ ਲੋਕ ਕਿਉਂ ਗੱਲ ਕਰਦੇ ਆ, ਕਿਉਂ ਬੋਲਦੇ ਆ, ਕਿਉਂ ਇਹ ਆਪਣੀ ਧਰਮ ਦੀ ਗੱਲ ਕਰਦੇ ਆ। ਧਰਮ ਦੀ ਗੱਲ ਕਰੀਏ ਕਿਉਂ ਨਾ, ਅਸੀਂ ਕਿਉਂ ਨਾ ਧਰਮ ਦੀ ਗੱਲ ਕਰੀਏ। ਸਾਨੂੰ ਦਿੱਤਾ ਜੇ ਤੁਹਾਨੂੰ ਉੱਥੇ ਦਿੱਲੀ ਤੱਕ ਪਹੁੰਚਾਇਆ, ਉਹ ਗੁਰੂ ਸਾਹਿਬਾਨਾਂ ਦੀ ਜਿਹੜੀ ਇੱਕ ਸ਼ਕਤੀ ਆ, ਗੁਰੂ ਸਾਹਿਬਾਨਾਂ ਦਾ ਸਿਧਾਂਤ ਦਿੱਤਾ, ਗੁਰੂ ਖਾਲਸਾਈ ਜਾਹੋ ਜਲਾਲ ਆ, ਖਾਲਸਾਈ ਸਪਿਰਿਟ ਆ ਜਿਹੜੀ, ਉਸ ਸਪਿਰਿਟ ਨੇ ਉਸ ਸ਼ਕਤੀ ਵਰਤੀ ਗੁਰੂ ਦੀ, ਜਿਸ ਸ਼ਕਤੀ ਨੇ ਉੱਥੇ ਦਿੱਲੀ ਪਹੁੰਚਾਇਆ ਔਰ ਐਡੇ ਐਡੇ ਵੱਡੇ 4-4 5-5 ਤਰ੍ਹਾਂ ਦੇ ਬੈਰੀਗੇਡ ਲਾ ਕੇ ਰੋਕਿਆ ਸੀ। ਸੜਕਾਂ ਦੇ ਵਿੱਚ 20-20 ਫੁੱਟ ਦੇ 15-15 ਫੁੱਟ ਦੇ ਟੋਏ ਪੁੱਟੇ ਔਰ ਉਹ ਨੌਜਵਾਨਾਂ ਨੇ ਪਾਸੇ ਕਰ ਕਰਕੇ ਤੁਹਾਨੂੰ ਉੱਥੇ ਖਿੱਚ ਕੇ ਲੈ ਕੇ ਗਏ ਆ। ਮੈਨੂੰ ਤੁਸੀਂ ਦੱਸੋ, ਮੈਂ ਤਾਂ ਜਿੰਨਾ ਕੁ ਦੇਖਿਆ, ਮੈਨੂੰ ਬਲਵੀਰ ਸਿੰਘ ਰਾਜੇਵਾਲ ਕਿਤੇ ਦਿਖਾਈ ਨਹੀਂ ਦਿੱਤਾ ਉਹ ਜਿਹੜੇ ਬੈਰੀਗੇਡ ਤੋੜਦਾ। ਤੁਸੀਂ ਜ਼ਰੂਰ ਹੁਣ ਉੱਥੇ ਸਟੇਜਾਂ 'ਤੇ ਖੜੇ ਦਿਖਾਈ ਦਿੰਦੇ ਹੋ, ਪਰ ਮੈਨੂੰ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਨਹੀਂ ਦੱਸੇ ਕਿਤੇ। ਇਹ ਜਿਹੜੇ ਨੌਜਵਾਨਾਂ ਨੂੰ ਆਪਾਂ ਕਹਿ ਰਹੇ ਹਾਂ ਨਾ, ਹੋਸ਼ ਤੇ ਜੋਸ਼ ਜਿਨ੍ਹਾਂ ਨੂੰ ਸਮਝਾ ਰਹੇ ਆ, ਉਹ ਨੌਜਵਾਨ ਤੁਹਾਨੂੰ ਉੱਥੇ ਤੱਕ ਲੈ ਗਏ ਬੈਰੀਗੇਡ ਤੋੜ ਕੇ। ਸੋ ਆਪਾਂ ਉਹਨਾਂ ਨੌਜਵਾਨਾਂ ਲਈ ਇਸ ਤਰ੍ਹਾਂ ਦੀ ਤਲਖ ਭਾਸ਼ਾ ਨਾ ਵਰਤੀਏ। ਜੇ ਧਰਮ ਆ ਤੇ ਤੁਹਾਡੀ ਜਿੱਤ ਆ, ਜੇ ਧਰਮ ਨਹੀਂ ਤੇ ਰਾਜੇਵਾਲ ਸਾਹਿਬ ਵਾਪਸ ਆਓਗੇ ਤੁਸੀਂ। ਉੱਥੇ ਖਾਲਸਾ ਕਲਗੀਧਰ ਦਸ਼ਮੇਸ਼ ਪਿਤਾ ਦਾ ਜਿਹੜਾ ਖਾਲਸਾ ਆ, ਨਿਹੰਗ ਸਿੰਘ ਫੌਜਾਂ ਨੇ ਉਹ ਵੀ ਖੜੀਆਂ ਨੇ, ਭੇਜੋ ਵਾਪਸ ਉਹਨਾਂ ਨੂੰ। ਉੱਥੇ ਨਿਤਨੇਮ ਕਰਨ ਵਾਲੀਆਂ ਸੰਗਤਾਂ ਬੈਠੀਆਂ, ਭੇਜੋ ਵਾਪਸ ਉਹਨਾਂ ਨੂੰ। ਸੱਦੋ ਆਪਣੇ ਜਿਹੜੇ ਆ ਉਹ ਜਿਹੜੇ ਤੁਸੀਂ ਜਿਨ੍ਹਾਂ ਦੀ ਗੱਲ ਕਰਦੇ ਹੋ, ਜਿਹੜੇ ਉਹ ਕਮਿਊਨਿਸਟ ਕਾਮਰੇਡੀ ਵਿਚਾਰ ਤੁਹਾਡੇ ਤੇ ਪ੍ਰਭਾਵਿਤ ਦਿਖਾਈ ਦੇ ਰਹੀ ਹੈ ਤੁਹਾਡੀ ਸ਼ੈਲੀ ਦੇ ਵਿੱਚ, ਉਹਨਾਂ ਦੇ ਵਿੱਚੋਂ ਕਿੰਨੇ ਕੁ ਬੰਦੇ ਸੀ ਜਿਹੜੇ ਉੱਥੇ ਤੁਹਾਨੂੰ ਲੈ ਕੇ ਗਏ ਆ, ਜਾਂ ਜਿਨ੍ਹਾਂ ਨੂੰ ਤੁਸੀਂ ਉਕਸਾ ਰਹੇ ਹੋ ਕਿ ਇਹਨਾਂ ਲੋਕਾਂ ਨੂੰ ਸਟੇਜਾਂ ਤੋਂ ਦੂਰ ਰੱਖੋ। ਉਹ ਤਾਂ ਫੇਰ ਕਹਿੰਦੇ ਆ ਭਾਈ ਜੇ ਤੁਸੀਂ ਸਾਨੂੰ ਕਹੋਗੇ ਅਸੀਂ ਨਹੀਂ ਬੋਲਦੇ ਤੁਹਾਡੀਆਂ ਸਟੇਜਾਂ 'ਤੇ, ਉਹ ਤਾਂ ਫੇਰ ਪਾਸੇ ਬੈਠੇ ਆ ਤੁਹਾਡੇ ਤੋਂ, ਸੇਵਾ ਕਰਦੇ ਆ ਤੁਹਾਡੀ, ਵੀ ਪ੍ਰਸ਼ਾਦੇ ਪਕਾ ਕੇ ਤੁਹਾਨੂੰ ਛਕਾ ਰਹੇ ਆ, ਕਿਤੇ ਲੰਗਰ ਲੱਗੇ ਆ, ਕਿਤੇ ਤੁਸੀਂ ਕੱਢ ਦਿਓ ਸਿੱਖੀ ਸਰੂਪ ਨੂੰ, ਪਾਸੇ ਕਰ ਦਿਓ ਇਸ ਸੰਘਰਸ਼ ਦੇ ਵਿੱਚੋਂ। ਤੇ ਜਿਹੜੀ ਸਿੱਖ ਕੌਮ ਦੇ ਵਿੱਚ ਗੁਰੂ ਸਾਹਿਬ ਨੇ ਸੇਵਾ ਦਿੱਤੀ ਹੈ, ਲੰਗਰ ਦੀ ਸੇਵਾ, ਉਹਨੂੰ ਪਾਸੇ ਕਰ ਦਿਓ ਤੇ ਮੈਨੂੰ ਦਿਖਾਓ ਤੁਹਾਡੇ ਇਸ ਜਿਹੜੇ ਸੰਘਰਸ਼ ਦੇ ਪੱਲੇ ਕੀ ਆ। ਫਿਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚੰਗੀਆਂ। ਇੱਕ ਚੰਗੇ ਸੰਘਰਸ਼ ਲਈ ਔਰ ਇੱਕ ਸੂਝਵਾਨ ਆਗੂ ਲਈ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਦੀਆਂ ਨੇ, ਉਸ ਸੰਘਰਸ਼ ਲਈ ਵੀ ਮਾੜੀਆਂ ਨੇ ਤੇ ਉਸ ਆਗੂ ਦੀ ਕਿਰਦਾਰਕੁਸ਼ੀ ਕਰਦੀਆਂ ਨੇ, ਉਸ ਆਗੂ ਲਈ ਵੀ ਮਾੜੀਆਂ ਨੇ। ਕਿਉਂਕਿ ਉਹ ਨੌਜਵਾਨਾਂ ਦੇ ਵਿੱਚ ਜੋਸ਼ ਵੀ ਆ ਤੇ ਨੌਜਵਾਨਾਂ 'ਚ ਹੋਸ਼ ਵੀ ਆ, ਔਰ ਜੇ ਜੋਸ਼ ਆ ਤੇ ਤਾਂ ਹੀ ਮੈਂ ਫੇਰ ਕਹਿਣਾ, ਜੇ ਜੋਸ਼ ਆ ਨੌਜਵਾਨਾਂ ਦੇ ਵਿੱਚ, ਉਹ ਤਾਂ ਹੀ ਆਪਾਂ ਦਿੱਲੀ 'ਚ ਬੈਠੇ ਆ। ਤਾਂ ਇਹ ਲੋਕ ਜਿਹੜੇ ਅੱਜ ਸਰਕਾਰ ਦੇ ਵਿੱਚ ਬੈਠੇ ਆ, ਇਹ ਖੁਦ ਗੁਜਰਾਤ ਦੇ ਵਿੱਚ ਇਹਨਾਂ ਲੋਕਾਂ ਨੇ ਇੱਕ ਫਿਰਕੇ ਦਾ ਕਤਲੇਆਮ ਕਰਾਇਆ। ਇਹ ਲੋਕ ਸਾਨੂੰ ਸਮਝਾਉਣਗੇ, ਅਸੀਂ ਇਹਨਾਂ ਲੋਕਾਂ ਨੂੰ ਸਪਸ਼ਟੀਕਰਨ ਦੇਵਾਂਗੇ ਵੀ ਅਸੀਂ ਤਾਂ ਜੀ ਬਿਲਕੁਲ ਹੀ ਆਪਣੀ ਇੱਕ ਮੰਗ ਆ ਜੀ ਸਾਡੀ ਕਿਸਾਨੀ ਦੀ। ਤੁਸੀਂ ਅਦਾਲਤਾਂ ਦੀ ਗੱਲ ਕਰਦੇ ਹੋ, ਤੁਸੀਂ ਮੈਂ ਪੜ੍ਹਿਆ ਸੁਣਿਆ ਵੀ ਆ ਤੁਹਾਡੇ ਬਾਰੇ ਵੀ ਕਾਫੀ ਤੁਸੀਂ ਪੜ੍ਹਾਈ ਬਹੁਤ ਕੀਤੀ ਆ, ਬੜੇ ਵੱਡੇ ਵਿਦਵਾਨ ਹੋ ਤੁਸੀਂ, ਚੰਗੀ ਵਿੱਦਿਆ ਹਾਸਲ ਕੀਤੀ ਆ, ਪਰ ਤੁਹਾਨੂੰ ਉਸ ਚੰਗੀ ਵਿੱਦਿਆ ਦਾ ਤਾਂ ਹੀ ਫਾਇਦਾ ਜੇ ਉਹਦਾ ਕੋਈ ਫਰੂਟਫੁੱਲ ਆਪਣੇ ਕੋਲੇ ਹੱਲ ਹੋਵੇ, ਉਹ ਤੁਹਾਨੂੰ ਕੋਈ ਰਿਜ਼ਲਟ ਫਰੂਟਫੁੱਲ ਦੇਵੇ। ਕਿਉਂ? ਤੁਸੀਂ ਗੱਲ ਕੀਤੀ ਅਦਾਲਤਾਂ ਦੀ, ਅਦਾਲਤਾਂ ਵਿਕੀਆਂ ਹੋਈਆਂ ਸਾਰੇ ਜਾਣਦੇ ਆ, ਸਾਨੂੰ ਪਤਾ ਅਦਾਲਤਾਂ ਵਿਕੀਆਂ ਹੋਈਆਂ। ਅੱਜ ਦੀਆਂ ਅਦਾਲਤਾਂ ਜਿਹੜੀਆਂ ਉਹ ਮੋਦੀ ਤੇ ਸ਼ਾਹ ਦੇ ਇਸ਼ਾਰਿਆਂ 'ਤੇ ਚੱਲਦੀਆਂ, ਉਹਨਾਂ ਲੋਕਾਂ ਦੇ ਇਸ਼ਾਰਿਆਂ 'ਤੇ ਚੱਲਦੀਆਂ ਜਿਹੜੇ ਲੋਕ ਮਾਨਸਿਕ ਤੌਰ 'ਤੇ ਅੱਤਵਾਦੀ ਨੇ। ਮਾਨਸਿਕ ਤੌਰ 'ਤੇ ਅੱਤਵਾਦੀ ਸ਼ਬਦ ਮੈਂ ਵਰਤ ਰਿਹਾ ਉਹਨਾਂ ਲੋਕਾਂ ਲਈ, ਕਿਉਂਕਿ ਇਹਨਾਂ ਲੋਕਾਂ ਨੇ ਇੱਕ ਧਾਰਮਿਕ ਮਸਜਿਦ ਗਿਰਾ ਕੇ ਉੱਥੇ ਉਹ ਰਾਮ ਦਾ ਮੰਦਿਰ ਬਣਾਇਆ, ਜਿਹੜਾ ਰਾਮ ਸਾਰੀ ਮਨੁੱਖਤਾ ਨੂੰ, ਮਾਨਵਤਾ ਨੂੰ ਇੱਕ ਸਮਝਦਾ। ਪਰ ਇਹ ਪਤਾ ਨਹੀਂ ਕਿਹੜੇ ਰਾਮ ਦੇ ਪੁਜਾਰੀ ਨੇ,
ਇਹਨਾਂ ਨੇ ਇੱਕ ਫਿਰਕੇ ਦਾ 3 ਦਿਨ ਉੱਥੇ ਕਤਲੇਆਮ ਕਰਾਇਆ ਔਰ ਅਦਾਲਤ ਨੇ ਇਹਨਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ, ਤੜੀ ਪਾਰ ਦੀ ਸਜ਼ਾ ਮਿਲੀ ਹੈ ਇਸ ਬੰਦੇ ਨੂੰ। ਉਸ ਬੰਦਿਆਂ ਨੂੰ ਅਸੀਂ ਸਪਸ਼ਟੀਕਰਨ ਦੇਵਾਂਗੇ ਕਿ ਸਾਡੇ ਨੌਜਵਾਨ ਇਸ ਤਰ੍ਹਾਂ ਦੇ ਆ? ਕਿਉਂ ਦਈਏ ਇਹਨਾਂ ਲੋਕਾਂ ਨੂੰ ਅਸੀਂ ਸਪਸ਼ਟੀਕਰਨ? ਫਿਰ ਤੁਸੀਂ ਅਦਾਲਤਾਂ ਦੀ ਗੱਲ ਕੀਤੀ, ਟ੍ਰੇਡ ਐਂਡ ਮਾਰਕੀਟਿੰਗ ਦੀ ਗੱਲ ਕੀਤੀ ਕਿ ਇਹ ਸਟੇਟ ਕੋਲ ਚਾਹੀਦੇ ਆ। ਅਸੀਂ ਵੀ ਇਹੀ ਮੰਗ ਕਰਦੇ ਹਾਂ, ਪਰ ਫਰਕ ਆ ਥੋੜ੍ਹਾ ਜਿਹਾ। ਤੁਸੀਂ ਘੁਮਾ ਕੇ ਜਲੇਬੀ ਦੀ ਤਰ੍ਹਾਂ ਗੱਲ ਕਰਦੇ ਹੋ ਕਿ ਜਿਹਦੇ ਨਾਲ ਸਰਕਾਰਾਂ ਵੀ ਖੁਸ਼ ਰਹਿਣ ਅਤੇ ਅਸੀਂ ਵੀ ਆਪਣੀ ਗੱਲ ਕਰ ਸਕੀਏ। ਸਾਡੇ ਕੋਲ ਆ ਖੁੱਲ੍ਹੀ ਰਾਜਨੀਤੀ, ਜਿਹੜੀ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਈ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਖੁੱਲ੍ਹੀ ਰਾਜਨੀਤੀ ਕੀਤੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ, ਜਿਹੜੇ ਨੌਜਵਾਨ ਸ਼ਕਤੀ ਨੂੰ ਲੈ ਕੇ ਤੁਰੇ ਸੀ, ਉਹਨਾਂ ਨੇ ਵੀ ਖੁੱਲ੍ਹੀ ਰਾਜਨੀਤੀ ਕੀਤੀ। ਉਹ ਕੀ ਸੀ ਰਾਜਨੀਤੀ? ਸੂਬਿਆਂ ਲਈ ਵੱਧ ਅਧਿਕਾਰ, ਫੈਡਰਲ ਢਾਂਚੇ ਦੀ ਗੱਲ ਕੀਤੀ। ਔਰ ਤੁਸੀਂ ਲਾ ਲਓ ਜ਼ੋਰ ਟ੍ਰੇਡ ਐਂਡ ਮਾਰਕੀਟਿੰਗ ਦੇ ਉੱਤੇ ਕਿ ਸੂਬਿਆਂ ਨੂੰ ਚਾਹੀਦੇ ਆ। ਜਦ ਤੱਕ ਤੁਸੀਂ ਸਟੇਟ ਲਈ, ਸੂਬੇ ਲਈ ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰੋਗੇ, ਕਦੇ ਵੀ ਨਹੀਂ ਇਹ ਹੋ ਸਕਦਾ। ਇੰਪੋਸੀਬਲ ਇਹ ਗੱਲਾਂ ਨੇ। ਜੇ ਤੁਸੀਂ ਪੜ੍ਹਾਈ ਕੀਤੀ ਹੈ ਨਾ, ਤੁਹਾਡੀਆਂ ਫੇਸਬੁੱਕ 'ਤੇ ਚੱਲ ਰਿਹਾ, ਤੁਹਾਡੇ ਜਿਹੜੇ ਉਹ ਪੈਰੋਕਾਰ ਨੇ ਚਲਾ ਰਹੇ ਆ ਵੀ ਬਹੁਤ ਪੜ੍ਹੇ ਲਿਖੇ IPS IAS ਲੋਕਾਂ ਨੂੰ ਇਹ ਪੜ੍ਹਾਉਂਦੇ ਆ, ਅਤੇ ਤੁਹਾਨੂੰ ਇਹ ਗੱਲ ਦੁਬਾਰਾ ਸਟੱਡੀ ਕਰੋ ਇੱਕ ਵਾਰੀ ਕਿ ਜਿਹੜੀ ਇਹ ਅਧਿਕਾਰ ਤਾਂ ਸੰਭਵ ਨੇ ਅਗਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰੋਗੇ। ਉਹ ਗੱਲ ਕਰੋਗੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ ਕਿ ਮੈਨੂੰ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦੇ ਆ। ਕਿਸਾਨੀ ਦੀਆਂ ਮੰਗਾਂ ਕਿਉਂ ਲੋਕਾਂ ਨੂੰ ਕਿਉਂ ਕਿਸਾਨਾਂ ਨੂੰ ਗੁੰਮਰਾਹ ਕਰਦੇ ਆ? ਵਿਚਾਰਿਆਂ ਨੂੰ ਲੈ ਕੇ ਤੁਸੀਂ ਲੋਕ ਉੱਥੇ ਬੈਠੇ ਹੋ, ਉੱਥੇ ਘਰਾਓ ਕਰੀ ਬੈਠੇ ਹੋ। ਮੈਨੂੰ ਤਾਂ ਤਰਸ ਆਉਂਦਾ ਕਿ ਤੁਹਾਡੇ ਵਰਗੇ ਆਗੂ ਇਹਨਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ। ਤੁਸੀਂ ਕਿਵੇਂ ਇਹਨਾਂ ਨੂੰ ਦਬਾ ਦੋਗੇ ਆਰਡੀਨੈਂਸ ਵਾਪਸ ਕਰਾ ਕੇ ਵੀ? ਅਗਰ ਸਰਕਾਰ ਮੰਨ ਵੀ ਜਾਵੇ ਵੀ ਅਸੀਂ ਆਰਡੀਨੈਂਸ ਵਾਪਸ ਲੈਂਦੇ ਹਾਂ, ਉਹ ਲੋਕਾਂ ਨੂੰ ਤੁਸੀਂ ਵੱਧ ਅਧਿਕਾਰਾਂ ਤੋਂ ਬਿਨਾਂ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲ ਬਣਾ ਲਓਗੇ? ਜਦ ਤੱਕ ਉਹਦੇ ਕੋਲੇ ਇਹ ਰਾਈਟ ਹੀ ਨਹੀਂ ਬਈ ਮੈਂ ਆਪਣੀ ਫਸਲ ਦਾ ਮੁੱਲ ਖੁਦ ਤੈਅ ਕਰੂੰਗਾ, ਮੈਂ ਜਿਹੜਾ ਵਪਾਰ ਕਰਦਾ ਮੈਂ ਉਹਦਾ ਮੁੱਲ ਖੁਦ ਤੈਅ ਕਰੂੰਗਾ। ਪੰਜਾਬ ਦੀ ਸਟੇਟ ਦੀ ਸਰਕਾਰ ਮੁੱਲ ਤੈਅ ਕਰੂਗੀ ਬਈ ਕੀ ਆ ਕਿ ਕਿਸ ਨੂੰ ਅਸੀਂ ਦੇਣੀ ਆ, ਕਿਸ ਤੋਂ ਅਸੀਂ ਲੈਣੀ ਆ। ਉਹ ਤਾਂ ਅੱਜ ਸਾਡੇ ਕੋਲ ਜਿਹੜਾ ਮਾੜਾ ਮੋਟਾ ਰੈਵਨਿਊ ਆਉਂਦਾ, ਇਹ ਸੈਂਟਰ ਤਾਂ ਸਾਡੇ ਕੋਲੋਂ ਸਾਰਾ ਕੁਝ ਆਪਦਾ ਇੱਕ ਮੁੱਠੀ 'ਚ ਕਰ ਰਿਹਾ। ਤੁਸੀਂ ਇੱਕ ਗੱਲ ਕਰਤੀ, ਸਿਰਫ ਸਾਡੀਆਂ ਮੰਗਾਂ, ਜਿਹੜਾ ਸਾਡੀ ਮੂਵਮੈਂਟ ਉਹ ਸਿਖਰ 'ਤੇ ਪਹੁੰਚੀ ਹੋਈ ਆ, ਇਹਨੂੰ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਅੱਜ ਉਸ ਜਗ੍ਹਾ 'ਤੇ ਤੁਹਾਨੂੰ ਉਹ ਖਾਲਸਾਈ ਜਾਹੋ ਜਲਾਲ ਦੇ ਜਜ਼ਬੇ ਨਾਲ ਭਰੇ ਨੌਜਵਾਨਾਂ ਨੇ ਉੱਥੇ ਪਹੁੰਚਾਤਾ ਕਿ ਜਿੱਥੇ ਜਿੱਤ ਯਕੀਨੀ ਆ। ਅਗਰ ਤੁਸੀਂ ਲੋਕ ਅੱਜ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਆ, ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਬਾਜ਼ ਆਓਗੇ ਗਾਂਹ ਤੋਂ। ਔਰ ਮੇਰੀ ਇਹ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਆ, ਇਸ ਤਰ੍ਹਾਂ ਦੀ ਪਾੜਨ ਵਾਲੀ ਔਰ ਅੰਦੋਲਨ ਨੂੰ ਤਾਰ ਪਿੰਡੋ ਕਰਨ ਵਾਲੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੋ। ਕਿਉਂਕਿ ਜਿਸ ਸਟੇਜ ਦੇ ਉੱਤੇ ਅੱਜ ਇਹ ਸੰਘਰਸ਼ ਪਹੁੰਚਿਆ ਹੋਇਆ, ਉੱਥੇ ਜਾ ਕੇ ਇਸ ਸੰਘਰਸ਼ ਨੂੰ, ਜਿਹੜੀ ਤੁਹਾਡੀ ਬਿਆਨੀ ਆ, ਉਹ ਤੋੜਨ ਵਾਲੀ, ਇਸ ਸੰਘਰਸ਼ ਨੂੰ ਤੋੜਨ ਵਾਲੀ, ਸੰਘਰਸ਼ ਦੇ ਵਿੱਚ ਵੰਡੀਆਂ ਪਾਉਣ ਵਾਲੀ ਆ। ਔਰ ਮੈਂ ਤੁਹਾਨੂੰ ਕਹੂੰਗਾ, ਮੁੰਡਿਆਂ ਨੇ ਉੱਥੇ ਗੁਰੂ ਦੀ ਕਲਾ ਵਰਤੀ ਆ, ਇਹਨਾਂ ਨੌਜਵਾਨਾਂ ਨੇ ਤੁਹਾਨੂੰ ਉੱਥੇ ਤੱਕ ਲਿਜਾ ਕੇ ਬਿਠਾਤਾ। ਹੁਣ ਤੁਸੀਂ ਜੇ ਪੜ੍ਹਾਈ ਚੰਗੀ ਕੀਤੀ ਆ, ਇੰਨੀ ਕੁ ਲਿਆਕਤ ਤੋਂ ਕੰਮ ਲਓ ਬਈ ਅਸੀਂ ਇਹਨਾਂ ਨੂੰ ਉਹਦਾ ਜਿਹੜੀ ਮਿਹਨਤ ਆ ਇਹਨਾਂ ਨੇ ਕੀਤੀ ਤੁਹਾਨੂੰ ਉੱਥੇ ਤੱਕ ਪਹੁੰਚਾਉਣ ਦੀ, ਉਹਦਾ ਆਪਾਂ ਇਹਨਾਂ ਨੂੰ ਕੋਈ ਫਰੂਟਫੁਲ ਹੱਲ ਲੱਭ ਕੇ ਦਈਏ। ਅਤੇ ਇਹ ਤਾਂ ਹੀ ਸੰਭਵ ਆ ਅਗਰ ਅਸੀਂ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਈਏ। ਉਹ ਚਾਹੇ ਕੋਈ ਖਾਲਿਸਤਾਨੀ ਆ, ਚਾਹੇ ਕੋਈ ਧਾਰਮਿਕ ਆਗੂ ਆ, ਚਾਹੇ ਕੋਈ ਰਾਜਨੀਤਿਕ ਆਗੂ ਆ, ਚਾਹੇ ਕੋਈ ਬੁੱਧੀਜੀਵੀ ਆ, ਚਾਹੇ ਕੋਈ ਕਿਸੇ ਰਾਜਨੀਤਿਕ ਧਿਰ ਨਾਲ ਸੰਬੰਧ ਰੱਖਦਾ, ਆਪਾਂ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਈਏ। ਅਤੇ ਆਪਾਂ ਇਹ ਨਾ ਕਹੀਏ
ਕਿ ਸਾਡੀ ਸਟੇਜ ਨੂੰ ਧਾਰਮਿਕ ਰੰਗਤ ਨਾ ਮਿਲੇ, ਸਾਡੀ ਸਟੇਜ ਨੂੰ ਰਾਜਨੀਤਿਕ ਰੰਗਤ ਨਾ ਮਿਲੇ। ਉਹ ਜਦੋਂ ਰਾਜੇਵਾਲ ਸਾਹਿਬ ਤੁਹਾਨੂੰ ਮੰਨ ਹੀ ਲਿਆ ਸਾਰਿਆਂ ਨੇ ਵੀ ਸਾਡਾ ਜੋ ਫੈਸਲਾ ਸਾਡੇ ਆਗੂ ਕਰਨਗੇ ਸਾਨੂੰ ਮਨਜ਼ੂਰ ਆ, ਤੇ ਫਿਰ ਤੁਹਾਨੂੰ ਡਰ ਕਿਹੜੀ ਗੱਲ ਦਾ ਲੱਗਦਾ? ਤੁਹਾਡੇ ਕੋਲੋਂ ਪ੍ਰਧਾਨਗੀਆਂ ਨਹੀਂ ਖੋਣ ਲੱਗੇ ਇਹ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ। ਤੁਹਾਡੀਆਂ ਪ੍ਰਧਾਨਗੀਆਂ ਤੁਹਾਨੂੰ ਮੁਬਾਰਕ। ਸਾਨੂੰ ਤਾਂ ਪੰਜਾਬ ਦੇ ਵਿੱਚ ਆਜ਼ਾਦੀ ਚਾਹੀਦੀ ਆ, ਧਾਰਮਿਕ ਸਟੇਟ ਲਈ ਚਾਹੀਦੀ ਆ ਖੁਦ ਮੁਖਤਿਆਰੀ, ਤਾਂ ਸਾਡਾ ਕਿਸਾਨ ਆ ਜਿਹੜਾ ਉਹ ਖੁਦਕੁਸ਼ੀਆਂ ਨਾ ਕਰੇ, ਸਾਡਾ ਵਪਾਰੀ ਵਰਗ ਆ ਜਿਹੜਾ ਉਹ ਆਪਣਾ ਚੰਗਾ ਜੀਵਨ ਜੀ ਸਕੇ, ਸਾਡੀ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਹਿੰਦੂ ਮੁਸਲਮਾਨ ਸਿੱਖ ਈਸਾਈ ਜਿਸ ਤਰ੍ਹਾਂ ਮਿਲ ਕੇ ਰਹਿੰਦੇ ਆ, ਸਾਡੀਆਂ ਪਿਆਰ ਦੀਆਂ ਗੰਢਾਂ ਹੋਰ ਪੀੜ੍ਹੀਆਂ ਜਾਣ, ਸਾਨੂੰ ਚਾਹੀਦਾ ਉਹ। ਤੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਕਿ ਸੰਘਰਸ਼ ਜਿੱਤ ਵੱਲ ਜਾ ਰਿਹਾ ਔਰ ਸਾਡੀ ਜਿੱਤ ਪੱਕੀ ਆ। ਉਹਨਾਂ ਲੋਕਾਂ ਨੂੰ ਆਪਦੇ ਨਾਲ ਲਓ, ਆਪਦੇ ਕਲਾਵੇ 'ਚ ਲਓ। ਜੇ ਇਸ ਤਰ੍ਹਾਂ ਦੀ ਬਿਆਨੀ ਕੀਤੀ ਆ ਤਾਂ ਮੈਂ ਆਸ ਕਰਦਾ ਕਿ ਤੁਸੀਂ ਇਹਨੂੰ ਜ਼ਰੂਰ ਰਿਲਾਈਜ਼ ਕਰੋਗੇ ਆਪਣੀ ਗਲਤੀ ਨੂੰ, ਕਿਉਂਕਿ ਉਹ ਧਰਮ ਦੀ ਸਪੇਟ ਜੇ ਸਾਡੇ 'ਚੋਂ ਨਿਕਲ ਗਈ ਸਾਡਾ ਸੰਘਰਸ਼ ਜ਼ੀਰੋ ਆ, ਅਰਸ਼ ਤੋਂ ਫਰਸ਼ ਤੇ ਆ ਜਾਊਗਾ। ਇਹ ਧਰਮ ਦਾ ਡੰਡਾ ਹੀ ਆ ਜਿਹੜਾ ਅੱਜ ਤੁਹਾਡੇ ਸੰਘਰਸ਼ ਨੂੰ ਜਿਹਨੂੰ ਜਿਹੜਾ ਹੋੜਾ ਦੇ ਕੇ ਬੈਠਾ ਧਰਮ ਹੀ ਆ। ਉਹ ਧਰਮੀ ਲੋਕ ਹੀ ਨੇ ਜਿਹੜੇ ਨਿਤਨੇਮ ਕਰਦੇ ਆ, ਜਿਨ੍ਹਾਂ ਦੇ ਕਰਕੇ ਉਹ ਸਵੇਰੇ 4 ਵਜੇ ਉੱਠ ਕੇ ਆਪਦੀਆਂ ਟਰਾਲੀਆਂ 'ਚ ਬੈਠੇ ਬਾਣੀ ਪੜ੍ਹਦੇ ਆ, ਜਿਨ੍ਹਾਂ ਦੇ ਕਰਕੇ ਅੱਜ ਤੁਸੀਂ ਉੱਥੇ ਬੈਠੇ ਹੋ। ਔਰ ਇਹੀ ਖਾਲਸਾ ਜਿਹੜਾ ਉਹਦਾ ਸਰੂਪ ਆ, ਖਾਲਸਾਈ ਜਾਹੋ ਜਲਾਲ ਆ, ਤੁਹਾਡੇ ਸਰੂਪ ਤੋਂ ਸਰਕਾਰ ਆ ਜਿਹੜੀ ਉਹ ਅੱਜ ਡਰ ਕੇ ਤੁਹਾਨੂੰ ਵਾਰ-ਵਾਰ ਉੱਥੇ ਮੀਟਿੰਗਾਂ ਲਈ ਬੁਲਾ ਰਹੀ ਆ। ਉਹ ਨਹੀਂ ਤਾਂ ਉੱਥੇ ਸ਼ਾਹੀਨ ਬਾਗ ਵਾਲਾ ਆਪਾਂ ਹਾਲ ਦੇਖਿਆ ਹੀ ਆ, ਇੱਕ ਵਾਰੀ ਵੀ ਨਹੀਂ ਉਹਨਾਂ ਲੋਕਾਂ ਨੂੰ ਸੱਦਿਆ ਉਹਨਾਂ ਨੇ। ਇਹ ਜਿਹੜੇ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਨਾ ਸਾਨੂੰ ਇੱਥੇ ਆਣ ਕੇ ਟਰੈਕਟਰਾਂ ਦੇ ਉੱਤੇ ਘੁੰਮਦੇ ਆ ਰਾਤ ਨੂੰ, ਇਹ ਉਹਨਾਂ ਦੇ ਡਰ ਕਰਕੇ ਹੀ ਗੱਲ ਕਰ ਹੋ ਰਹੀ ਆ ਤੁਹਾਡੇ ਨਾਲ। ਮੱਤ ਕੋਈ ਦਿਮਾਗ 'ਚ ਵਹਿਮ ਪਾਲ ਲਿਓ ਵੀ ਸਾਡੀ ਕਾਮਰੇਡੀ ਜਾਂ ਉਹ ਕਮਿਊਨਿਜ਼ਮ ਸੋਚ ਕਰਕੇ ਵਿਚਾਰਧਾਰਾ ਕਰਕੇ ਤੁਹਾਡੇ ਨਾਲ ਕੋਈ ਗੱਲ ਹੋ ਰਹੀ ਆ। ਸੋ ਮੈਂ ਜੇ ਕੋਈ ਗੱਲ ਤੁਹਾਨੂੰ ਮਹਿਸੂਸ ਹੋਈ ਹੋਵੇ ਤਾਂ ਉਹ ਮੇਰੇ ਕੋਲ ਛੱਡ ਦਿਆ ਜੇ, ਪਰ ਮੇਰੇ ਕੋਈ ਗੱਲ ਇਹੋ ਜਿਹੀ ਕੀਤੀ ਨਹੀਂ ਜਿਹੜੀ ਤੁਹਾਨੂੰ ਕੋਈ ਮਹਿਸੂਸ ਹੋਣ ਵਾਲੀ ਹੋਵੇ। ਤੇ ਇਹ ਗੱਲ ਮੈਂ ਤੁਹਾਨੂੰ ਮੇਰੇ ਇੱਕ ਸੁਝਾਅ ਲੈ ਕੇ ਚੱਲਿਓ ਕਿ ਆਪਾਂ ਲੋਕ ਆ ਜਿਹੜੀ ਈਰਖਾ ਵਖੀਲੀ ਦਿਮਾਗ 'ਚ ਪਾਲੀ ਬੈਠੇ ਹੋ ਨਾ ਤੁਸੀਂ, ਜਿਹੜੀ ਉਦੋਂ ਤੁਹਾਡੇ ਦਿਮਾਗ 'ਚ ਮੈਂ ਸਟੇਜ ਤੋਂ ਤਲਖੀ ਦੇਖੀ ਆ, ਇਹਨੂੰ ਲਾਂਭੇ ਕਰੋ। ਸਟੇਜ ਦੇ ਉੱਤੇ ਚੜ੍ਹ ਕੇ ਸਾਰਿਆਂ ਦਾ ਧੰਨਵਾਦ ਕਰਿਆ ਕਰੋ। ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ, ਬੁੱਧੀਜੀਵੀ ਵਰਗ, ਕਵੀ, ਸਾਹਿਤਕ ਜਿਹੜੇ ਸਾਹਿਤਕਾਰ ਨੇ, ਉਹ ਲੋਕ ਜਿਹੜੇ ਆ ਸਾਡੇ ਭਰਾ ਜਿਨ੍ਹਾਂ ਦੀਆਂ ਜੀਵਨ ਭਰ ਦੀਆਂ ਕਮਾਈਆਂ ਜਿਹੜੇ ਉਹ ਆਪਦੇ ਪ੍ਰਾਈਜ਼ ਆ ਜਿਹੜੇ ਇਨਾਮ ਨੇ ਸਰਕਾਰ ਵੱਲੋਂ ਮਿਲੇ ਉਹਨਾਂ ਨੂੰ ਉਹ ਵਾਪਸ ਕਰ ਰਹੇ ਆਪਣੇ, ਉਹਨਾਂ ਸਾਰਿਆਂ ਨੂੰ ਕਹੋ ਵੀ ਇਹ ਸਾਰੇ ਸਾਡੇ ਆ, ਅਸੀਂ ਤਾਂ ਕੁਝ ਨਹੀਂ ਕਰ ਸਕੇ, ਅਸੀਂ ਤੁਹਾਡੇ ਕਰਕੇ ਇੱਥੇ ਪਹੁੰਚੇ ਹਾਂ। ਤੇ ਆਪਣਾ ਤਾਂ ਸਕਸੈਸਫੁਲ ਆ, ਨਹੀਂ ਤਾਂ ਆਪਾਂ ਜਿੱਤ ਕੇ ਵੀ ਹਾਰ ਜਾਵਾਂਗੇ। ਅਗਰ ਆਪਾਂ ਇਹਨਾਂ ਲੋਕਾਂ ਨੂੰ ਪਾਸੇ ਕਰਤਾ ਨਾ ਤਾਂ ਆਪਾਂ ਜਿੱਤ ਕੇ ਵੀ ਹਾਰ ਜਾਵਾਂਗੇ। ਸੋ ਮੇਰੀ ਇਹ ਤੁਹਾਨੂੰ ਸੁਝਾਅ ਆ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਆਪਾਂ ਜਿੱਤਾਂਗੇ। ਔਰ ਜਦੋਂ ਵੀ ਪੰਜਾਬੀ ਨੇ ਕਿਤੇ ਜਾ ਕੇ ਝੰਡਾ ਗੱਡਿਆ ਤਾਂ ਉਹ ਜਿੱਤ ਕੇ ਆਇਆ, ਉਹ ਉਸ ਤਰ੍ਹਾਂ ਵਾਪਸ ਨਹੀਂ ਆਇਆ। ਔਰ ਹੁਣ ਵੀ ਇਹ ਖਾਲਸਾਈ ਜਾਹੋ ਜਲਾਲ ਵਾਲੇ ਨੌਜਵਾਨਾਂ ਦੀ ਜਿੱਤ ਹੋਣੀ ਆ, ਇਹ ਕਾਮਰੇਡੀ ਵਿਚਾਰਧਾਰਾ ਦੀ ਜਿੱਤ ਨਹੀਂ ਹੋਣੀ। ਇਹ ਮੇਰਾ ਤੁਹਾਨੂੰ ਸੁਝਾਅ ਆ ਕਿ ਆ ਜਿਹੜਾ ਕਾਮਰੇਡੀ ਪ੍ਰਭਾਵ ਤੋਂ ਮੁਕਤ ਹੋਵੋ, ਸਾਰੇ ਸਮੁੱਚੇ ਪੰਜਾਬੀਆਂ ਦੀ ਗੱਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।